ਪੰਜਾਬ ਦੀ ਸਿਆਸਤ ਨਾਲ ਜੁੜਿਆ, ਖਾਸ ਕਰਕੇ ਇੱਕ ਪਾਰਟੀ ਨਾਲ ਜੁੜਿਆ। ਵਿਜੇ ਸਾਂਪਲਾ ਨੂੰ ਉਸ ਅਹੁਦੇ ਤੋਂ ਜਿਹੜਾ ਕੀ ਹੈ ਕਹਿ ਸਕਦੇ ਹਾਂ ਕਿ ਬਾਹਰ ਕਰ ਦਿੱਤਾ ਗਿਆ ਜਾਂ ਉਹਨਾਂ ਨੇ ਆਪਣੇ ਨਿੱਜੀ ਕਾਰਨ ਦੱਸ ਕੇ ਅਸਤੀਫਾ ਦਿੱਤਾ। ਪੰਜਾਬ ਵੱਲ ਤੋਰਨ ਦੀ ਗੱਲ ਹੋ ਰਹੀ ਹੈ, ਪਤਾ ਇਹ ਲੱਗਿਆ, ਹਾਲਾਂਕਿ ਨਿੱਜੀ ਕਾਰਨ ਦੱਸੇ ਗਏ ਨੇ। ਪੰਜਾਬ ਵੱਲ ਉਹਨਾਂ ਨੂੰ ਤੋਰਨਾ ਖਾਸ ਮਕਸਦ ਹੈ ਭਾਜਪਾ ਦਾ ਪੰਜਾਬ ਦੇ ਅੰਦਰ ਸੁਨੀਲ ਜਾਖੜ ਦੇ ਨਾਲ ਕੰਮ ਕਰਵਾਉਣ 'ਚ, ਜਾਂ ਕੋਈ ਹੋਰ ਵਜ੍ਹਾ ਹੋ ਸਕਦੀ? ਨਹੀਂ, ਜਿੰਨਾ ਵੀ ਸੈਂਟਰ ਦੇ ਵਿੱਚ ਰਾਜ ਕੀਤਾ, ਜਾਂ ਕਾਂਗਰਸ ਰਾਜ ਕੀਤਾ, ਜਾਂ ਬੀਜੇਪੀ ਕਰ ਰਹੀ ਆ, ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਪੋਲਿਟਿਕਸ ਹੁੰਦੀ ਹੈ। ਅੰਗਰੇਜ਼ਾਂ ਤੋਂ ਇਹਨਾਂ ਸਿੱਖੀ। ਇਸੇ ਕਰਕੇ ਤੇ ਸਿਆਣੇ ਲੋਕ ਕਹਿੰਦੇ ਨੇ ਕਿ ਗੋਰੀ ਚਮੜੀ ਵਾਲੇ ਚਲੇ ਗਏ ਹੀ, ਕਾਲੀ ਚਮੜੀ ਵਾਲੇ ਅੰਗਰੇਜ਼ ਇੱਥੇ ਹੀ ਰਹਿ ਗਏ ਹੈਗੇ ਨੇ। ਇਸ ਟਾਈਮ ਜੋ ਇੰਡੀਆ ਦੇ ਵਿੱਚ ਵਾਪਰਿਆ, ਧਰਮ ਦੇ ਆਧਾਰ 'ਤੇ ਇੱਕ ਲੰਮੀ ਲਕੀਰ ਖਿੱਚਤੀ ਆ ਕਿ ਇੱਥੇ ਹਿੰਦੂ ਸੇਫ ਨਹੀਂ ਹੈਗੇ, ਜਦ ਕਿ ਉਸ ਕੰਟਰੀ ਦੇ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹੋਮ ਮਿਨਿਸਟਰ, ਪਾਰਟੀ ਪ੍ਰੈਜ਼ੀਡੈਂਟ, ਆਫਿਸਰ ਸਾਰੇ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦੇ, ਫਿਰ ਵੀ ਹਿੰਦੂ ਸੇਫ ਨਹੀਂ ਹੈਗਾ। ਹੁਣ ਜਿੱਥੇ ਜਿੱਥੇ ਬੀਜੇਪੀ ਕਰਦੀ ਹੈ, ਮਣੀਪੁਰ ਦੇ ਵਿੱਚ ਕੀ ਹੈ, ਦੋ ਬਰਾਦਰੀਆਂ ਦੇ ਵਿੱਚ ਲੜਾਈ, ਹਰ ਜਗ੍ਹਾ ਵੰਡਿਆ ਜਾ ਰਿਹਾ ਸਿਸਟਮ। ਬੀਜੇਪੀ ਦੇ ਫਾਰਮੂਲੇ ਫਿੱਟ ਹੋ ਰਹੇ ਨੇ, ਹਿੱਟ ਹੋ ਰਹੇ ਨੇ 2014 ਤੋਂ। ਹਰਿਆਣੇ ਦੇ ਵਿੱਚ ਵੀ ਜੇ 2000 ਸਰਕਾਰ ਬਣੀ, ਕਿਉਂਕਿ ਹਰਿਆਣੇ ਦੇ ਵਿੱਚ ਵੀ ਜਾਟਾਂ ਦਾ ਕਬਜ਼ਾ ਰਿਹਾ, ਜਾਟ ਮੁੱਖ ਮੰਤਰੀ ਬਣਦੇ ਰਹੇ ਨੇ। ਇਹੋ ਜਿਹੀ ਲਕੀਰ ਖਿੱਚੀ ਹੈ ਜਾਟ ਵਰਸਸ ਨੌਨ ਜਾਟ। ਨੌਨ ਜਾਟ ਦੇ ਵਿੱਚ SC, BC, OBC ਹਿੰਦੂ ਸਮਾਜ ਇਕੱਠਾ ਹੋ ਗਿਆ। ਉਹ ਜਿਹੜਾ ਫਾਰਮੂਲਾ ਪੰਜਾਬ 'ਚ ਅਪਣਾ ਦਿੱਤਾ ਗਿਆ ਬੀਜੇਪੀ ਨੇ। ਜਾਖੜ ਸਾਹਿਬ ਇੱਕ ਹਿੰਦੂ ਫੇਸ ਜਿਹੜਾ ਸਾਰਿਆਂ ਨੂੰ ਪ੍ਰਵਾਨਿਤ ਆ, ਨਾਲ ਵਿਜੇ ਸਾਂਪਲਾ ਹੋਣਾ ਕੋ ਨੈਸ਼ਨਲ SC ਕਮਿਸ਼ਨ ਦੀ ਕੁਰਸੀ ਵਾਪਸ ਲੈ ਕੇ ਕਿ ਤੁਸੀਂ ਪਾਰਟੀ ਵਾਸਤੇ ਕੰਮ ਕਰੋ, ਢਾਂਚੇ ਵਾਸਤੇ ਕੰਮ ਕਰੋ। ਉਹ ਇੱਕ SC ਤੇ ਹਿੰਦੂ ਦਾ ਕੰਬੀਨੇਸ਼ਨ ਬਣਾ ਦਿੱਤਾ ਹੈਗਾ ਕਿ ਪੰਜਾਬ 'ਚ ਜਿਹੜੇ, ਕਿਉਂਕਿ ਜੱਟ ਮੁੱਖ ਮੰਤਰੀ ਬਣਦੇ ਰਹੇ ਨੇ, ਪੰਜਾਬ ਦੇ ਵਿੱਚ ਬਹੁਤ ਸਾਰਾ ਇੱਦਾਂ ਦਾ ਹਿੰਦੂ ਭਾਈਚਾਰਾ ਕਹਿੰਦਾ ਕਿ ਪੰਜਾਬ ਦੇ ਵਿੱਚ ਵੀ ਹਿੰਦੂ ਮੁੱਖ ਮੰਤਰੀ ਬਣਨਾ ਚਾਹੀਦਾ। ਜੱਟ ਹੀ ਕਿਉਂ ਬਣਦੇ? ਜੱਟਾਂ ਨੇ ਕੀ ਗੱਲ ਜ਼ਿਆਦਾ ਪੰਜਾਬ ਆ, ਸਾਡਾ ਵੀ ਉਹਨਾਂ ਪੰਜਾਬ ਆ, ਕਿਉਂਕਿ ਆਜ਼ਾਦੀ ਤੋਂ ਬਾਅਦ ਜਾਂ ਕੈਰੋਂ ਤੋਂ ਪਹਿਲਾਂ ਜਿਹੜੇ ਗੋਪੀ ਚੰਦ ਭਾਰਗੋ ਅਤੇ ਭੀਮ ਸੈਨ ਸੱਚਰ ਬਣ ਗਏ, ਉਸ ਤੋਂ ਬਾਅਦ ਜੱਟ ਫੇਸ ਹੀ ਬਣਿਆ ਹੈਗਾ। ਜਾਂ ਇੱਕ ਵਾਰ ਗਿਆਨੀ ਜੈਲ ਸਿੰਘ ਬੈਕਵਰਡ ਕਲਾਸਿਸ ਤੋਂ ਆ ਗਏ, ਚੰਨੀ ਸਾਹਿਬ SC ਭਾਈਚਾਰੇ ਤੋਂ ਆ ਗਏ, ਬਾਕੀ ਤਾਂ ਸਾਰਾ ਜੱਟ ਭਾਈਚਾਰਾ ਰਿਹਾ। ਹੁਣ ਪੰਜਾਬ ਦੇ ਵਿੱਚ ਹੀ ਉਹ ਫਾਰਮੂਲਾ ਕਰ ਲੱਗੇ, ਜੱਟ ਬਾਹਰ ਕੱਢੋ, ਕਿਉਂਕਿ ਜੱਟਾਂ ਦੀ ਜਿਹੜੀ ਵੋਟ ਬੈਂਕ ਆ ਉਹ ਜੈਡ ਬਲਾਕ ਨਹੀਂ ਪੈਂਦੀ, ਇੱਕ ਵੱਡੀ ਹੋਣੀ ਪੈਂਦੀ ਹੈਗੀ। ਜੱਟ ਕਿਹਨੂੰ ਵੰਡਿਆ ਜਾਂਦਾ ਹੈਗਾ? ਕਿਉਂਕਿ ਜੱਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਧੌਣ ਦਾ ਕਿੱਲਾ ਹੁੰਦਾ ਵੀ ਨਹੀਂ ਮੇਰੀ ਚੱਲੇ, ਮੇਰੀ ਚੌਧਰ ਚੱਲੇ ਹੈਗੇ। ਉਹ ਇੱਕ ਮੁੱਠ ਹੋ ਨਹੀਂ ਸਕਦੇ, ਇਕਜੁੱਟ ਹੋ ਨਹੀਂ ਸਕਦੇ। ਉਹ ਸਿਮਰਜੀਤ ਮਾਨ ਨੂੰ ਵੀ ਪੈਣਗੇ, ਉਹ ਅਕਾਲੀ ਦਲ ਨੂੰ ਵੀ ਪੈਣਗੇ, ਉਹ ਕਾਂਗਰਸ ਨੂੰ ਵੀ ਪੈਣਗੇ, ਉਹ BJP ਨੂੰ ਵੀ ਪੈਣਗੇ, ਉਹ ਆਮ ਆਦਮੀ ਪਾਰਟੀ ਨੂੰ ਵੀ ਪੈਣਗੇ। ਉਹ 5-7 ਹਿੱਸਿਆਂ 'ਚ ਵੰਡਿਆ ਜਾਂਦਾ। ਜਿਹੜਾ SC ਭਾਈਚਾਰਾ ਜਾਂ ਹਿੰਦੂ ਭਾਈਚਾਰਾ ਉਹ 80% ਇਕੱਠਾ ਪੈਂਦਾ ਹੈਗਾ। ਇਸ ਕਰਕੇ ਉਹ ਜਿਹੜੀ ਚੀਜ਼ ਗੇਮ ਬਣਾ ਦਿੱਤੀ ਹੈਗੀ ਪੰਜਾਬ ਦੇ ਵਿੱਚ ਕਿ ਜਾਖੜ ਸਾਹਿਬ ਪ੍ਰਧਾਨ ਨੇ, ਔਰ ਮੋਸਟ ਪ੍ਰੋਬੇਬਲੀ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਵਿਜੇ ਸਾਂਪਲਾ ਸਾਹਿਬ ਜਾਂ ਕੰਪੇਨ ਕਮੇਟੀ ਦੇ ਚੇਅਰਮੈਨ ਜਾਂ ਕੁਛ ਇੱਦਾਂ ਦਾ ਉਹਨਾਂ ਨੂੰ ਅਹੁਦਾ ਦਿੱਤਾ ਜਾਊਗਾ, ਜਿਹੜੀ ਇੱਕ ਜਾਖੜ ਔਰ ਸਾਂਪਲੇ ਦੀ ਜੋੜੀ ਬਣ ਜੇ। ਉਹ ਜੋੜੀ ਪੰਜਾਬ 'ਚ ਜਾਊਗੀ, ਕਿਉਂਕਿ ਹੁਣ ਸਵਾਲ 3 ਦਾ ਨਹੀਂ ਆ, ਸਵਾਲ 13 ਦਾ। ਅਤੇ ਇਸ ਕਰਕੇ ਉਹ 13 ਸੀਟਾਂ ਨੂੰ ਲੈ ਕੇ ਜੋੜੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਹਿੰਦੂ ਅਤੇ SC ਭਾਈਚਾਰਾ ਇਕੱਠਾ ਹੋ ਜਾਏ। SC ਭਾਈਚਾਰੇ ਦੀ 34% ਦੀ ਆਬਾਦੀ ਆ, ਬਾਕੀ 27% ਹਿੰਦੂ ਭਾਈਚਾਰਾ, ਉਹ ਮਿਲਾ ਕੇ ਅਗਰ 50% 55% ਬਣ ਜਾਂਦਾ, OBC ਵੀ ਆ ਜੇ, ਅਤੇ ਫਿਰ ਉਹ ਇਹਨਾਂ ਲੱਗਦਾ ਕਿ ਇਹ ਜਿਹੜਾ ਇੱਕ ਗੱਠਜੋੜ ਆ ਜਾਂ ਇਹ ਜਿਹੜਾ ਇੱਕ ਜਾਤ ਦਾ ਸਮੀਕਰਨ ਆ, ਇਹ ਜ਼ਿਆਦਾ ਮਜ਼ਬੂਤ ਰਹੇਗਾ। ਇਸੇ ਕਰਕੇ ਉਹਨਾਂ ਨੂੰ ਉੱਥੋਂ ਹਟਾ ਕੇ ਚੇਅਰਮੈਨੀ ਦੀ ਕੁਰਸੀ ਤੋਂ ਵਿਹਲੇ ਕਰਕੇ ਪੰਜਾਬ ਭੇਜ ਦਿੱਤਾ ਗਿਆ ਹੈਗਾ, ਔਰ ਇਹ ਗੱਠਜੋੜ ਬਣੂਗਾ। ਕਿਉਂਕਿ ਹੁਣ 13 ਸੀਟਾਂ ਲੜਨੀਆਂ। ਵਿਜੇ ਸਾਂਪਲਾ ਸਾਹਿਬ ਦਾ ਤਾਂ ਇਹ ਵੀ ਹੈ ਕਿ ਉਹ ਸ਼ਾਇਦ ਹੁਸ਼ਿਆਰਪੁਰ ਤੋਂ ਵੀ ਲੋਕ ਸਭਾ ਲੜਨ, ਉੱਥੋਂ ਰਹਿ ਵੀ ਚੁੱਕੇ ਨੇ। ਔਰ ਦੂਜਾ, ਕਿਉਂਕਿ ਹੁਣ ਜਿਹੜੇ ਮਿਨਿਸਟਰ ਨੇ ਸੈਂਟਰ ਦੇ ਵਿੱਚ, ਉਹ ਸੋਮ ਪ੍ਰਕਾਸ਼ ਸਾਹਿਬ, ਉਹ 75 ਸਾਲ ਉਹਨਾਂ ਦੀ ਉਮਰ ਪੂਰੀ ਹੋ ਚੁੱਕੀ ਆ, ਅਤੇ BJP ਦਾ ਫਾਰਮੂਲਾ ਕਿ ਜਿਨ੍ਹਾਂ ਦੀ 75 ਸਾਲ ਤੋਂ ਉੱਪਰ ਵੱਧ ਹੋ ਜਾਏ ਉਹਨਾਂ ਨੂੰ ਟਿਕਟ ਨਹੀਂ ਦਿੰਦੇ ਹੈਗੇ ਨਾ, ਉਹਨਾਂ ਨੂੰ ਮਾਰਗਦਰਸ਼ਨ ਜਿਹੜਾ ਗਰੁੱਪ ਉਹਦੇ 'ਚ ਪਾ ਦਿੰਦੇ ਹੈਗੇ। ਜਿਵੇਂ ਅਡਵਾਨੀ ਸਾਹਿਬ ਵੀ, ਮੁਰਲੀ ਮਨੋਹਰ ਜੋਸ਼ੀ ਸਾਰੇ ਪਾਏ ਸੀ, ਅਮਿਤ ਸ਼ਾਹ ਔਰ ਨਰਿੰਦਰ ਮੋਦੀ ਸਾਹਿਬ ਜਦੋਂ ਟੀਮ ਆਈ ਆ। ਹੁਣ 13 ਬੰਦਿਆਂ 'ਚੋਂ ਇੱਕ ਇਹ ਵੀ ਹੈ ਨੇ, ਫਿਰ ਦੋਨੇ ਰਲ ਮਿਲ ਕੇ ਕੰਮ ਕਰਨੇ। ਪਰ ਅੱਜ ਹੈਰਾਨੀ ਹੋਈ ਹੈ ਕਿ ਜਦੋਂ ਜਾਖੜ ਸਾਹਿਬ ਦਾ ਹੁਸ਼ਿਆਰਪੁਰ, ਜਿੱਥੇ BJP ਦਾ ਲੋਕ ਸਭਾ ਮੈਂਬਰ ਹੋਵੇ, ਸੈਂਟਰ ਦੇ ਵਿੱਚ ਵਜ਼ੀਰ ਹੋਵੇ, ਵਿਜੇ ਸਾਂਪਲਾ ਸਾਹਿਬ ਦਾ ਉੱਥੇ ਚੰਗਾ ਗਰੁੱਪ ਧੜਾ ਹੋਵੇ, ਸਾਂਪਲਾ ਸਾਹਿਬ 'ਚ ਵੀ ਉੱਥੋਂ ਲੜਨਾ ਚਾਹੁੰਦੇ, ਅਤੇ ਉੱਥੋਂ ਹੀ ਜਾਖੜ ਸਾਹਿਬ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਇਹ ਜਿਹੜਾ ਫਾਰਮੂਲਾ ਜਾਂ ਸਮਝ ਨਹੀਂ ਲੱਗਿਆ ਕਿ ਹੋ ਕੀ ਰਿਹਾ BJP ਦੇ ਵਿੱਚ। ਕਿਉਂਕਿ ਪ੍ਰੋਬਲਮ ਇਹ ਵੀ ਆ, BJP ਕਿਉਂਕਿ ਇੱਕ ਬੜੀ ਕੱਟੜ ਪਾਰਟੀ ਆ, ਜਨਸੰਘਿਆਂ ਦੀ ਪਾਰਟੀ ਆ। ਹਾਲੇ ਹੌਲੀ ਹੌਲੀ ਜਿਹੜਾ ਜਾਖੜ ਸਾਹਿਬ
ਹੌਲੀ ਹੌਲੀ ਉਹਨਾਂ ਨੂੰ ਮਨਜ਼ੂਰ ਕਰਨਗੇ, ਹੌਲੀ ਹੌਲੀ ਬੀਜੇਪੀ ਦੇ ਵਰਕਰਾਂ ਦੇ ਦਿਲਾਂ ਦੇ ਰਾਜ ਕਰਨਗੇ। ਹਾਲੇ ਤੱਕ ਤਾਂ ਉਹਨਾਂ ਨੂੰ ਇਹ ਦੁੱਖ ਤਕਲੀਫ ਹੀ ਹੋ ਰਿਹਾ ਨਾ ਕਿ 8 ਮਹੀਨੇ ਹੋਏ ਨਹੀਂ ਤੇ ਜਾਖੜ ਸਾਹਿਬ ਨੂੰ ਕਿਵੇਂ ਪ੍ਰਧਾਨ ਬਣਾ ਦਿੱਤਾ। ਹਾਲੇ ਤੋਂ ਦਰਦ ਵੀ ਹੈਗਾ, ਪੀੜ ਵੀ ਹੈਗੀ ਨਾ ਕਿ ਅਸੀਂ ਤੇ ਮੂੰਹ ਸਵਾਰਦੇ ਰਹਿ ਗਏ, ਕੱਪੜੇ ਸਵਾਉਂਦੇ ਰਹਿ ਗਏ ਕਿ ਅਗਲੀ ਪ੍ਰਧਾਨਗੀ ਦੀ ਕਲਗੀ ਮੇਰੀ ਲੱਗਣੀ ਹੈਗੀ ਆ, ਜਾਖੜ ਸਾਹਿਬ ਅਗਲੀ ਹੋਰ ਕਿਤੇ ਲੱਗ ਗਈ। ਜਾਖੜ ਸਾਹਿਬ ਵਾਸਤੇ ਇੱਕ ਚੈਲੰਜ ਤੇ ਇੱਕ ਟੈਸਟ ਹੋਰ ਵੀ ਆ, ਪਰਾਂ ਗਵਾਂਢੀ ਜ਼ਿਲ੍ਹੇ 'ਚ ਹੈ ਗੁਰਦਾਸਪੁਰ, ਜਿੱਥੋਂ ਉਹਨਾਂ ਨੂੰ ਸਨੀ ਦਿਓਲ ਹਰਾ ਕੇ ਚਲੇ ਗਏ ਸੀ, ਹੁਣ ਉਸੇ ਪਾਰਟੀ ਦੇ ਪ੍ਰਧਾਨ ਨੇ। ਉੱਥੋਂ ਵਾਲੇ ਲੋਕਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕੀ ਸਨੀ ਦਿਓਲ ਦਾ ਪਿਛਲੇ 5 ਸਾਲਾਂ ਦਾ ਹਿਸਾਬ ਕਿਤਾਬ ਜਾਖੜ ਸਾਹਿਬ ਦੇਣਗੇ ਹੁਣ। ਇਹ ਵੀ ਇੱਕ ਸਵਾਲ ਕੀਤਾ ਜਾ ਰਿਹਾ। ਜਾਖੜ ਸਾਹਿਬ ਬੜੇ ਸਟੇਟ ਫਾਰਵਰਡ ਗੱਲ ਉਹਨਾਂ ਨੇ ਪੰਜਾਬ ਦੀ ਸਿੱਧੀ ਕਰਨੀ ਹੈਗੀ ਆ। ਉਹ ਪਹਿਲਾਂ ਵੀ ਕਹਿੰਦੇ ਸੀ ਕਿ ਜਿਹੜੇ ਅਭਿਨੇਤਾ ਹੁੰਦੇ ਨੇ ਉਹ ਹਵਾ 'ਚ ਹੁੰਦੇ ਨੇ, ਨੇਤਾ ਗਰਾਊਂਡ ਤੇ ਹੁੰਦੇ ਨੇ। ਪਰ ਕਿਉਂਕਿ ਉਦੋਂ ਬੀਜੇਪੀ ਨੇ ਸੀਟ ਜਿੰਨਾ, ਕੀ ਪਤਾ ਜੇ ਕੱਲ ਨੂੰ ਫਿਰ ਜਾਖੜ ਉਹ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਕਹਿਣ ਕਿ ਨਹੀਂ ਸੁਨੀਲ ਉਹਨੂੰ ਸਨੀ ਦਿਓਲ ਨੂੰ ਉੱਥੇ ਲੜਾਉਣੀ ਆ, ਤੇ ਜਾਖੜ ਸਾਹਿਬ ਥੋੜਾ ਮਨਾ ਕਰਨਗੇ। ਜੇ ਕਾਂਗਰਸ 'ਚੋਂ ਗਾਲਾਂ ਕੱਢ ਕੇ ਬੀਜੇਪੀ ਨੂੰ ਗਾਲਾਂ ਕੱਢ ਕੇ ਉਹ ਪ੍ਰਧਾਨ ਬਣ ਸਕਦੇ ਹੈਗੇ ਨੇ, ਤੇ ਸਨੀ ਦਿਓਲ ਨਾਲ ਜਾਖੜ ਸਾਹਿਬ ਦੀ ਕਿਹੜੀ ਕੋਈ ਦੁਸ਼ਮਣੀ ਹੈਗੀ। ਉਹ ਵੀ ਕਹਿਣਗੇ ਸਾਡੀ ਪਾਰਟੀ ਦਾ ਵਫਾਦਾਰ ਸਿਪਾਹੀ ਹੈ, ਫਿਰ ਬੀਜੇਪੀ ਇਦਾਂ ਜਾਖੜ ਸਾਹਿਬ ਕਹਿਣਗੇ। ਉਹਨਾਂ ਨੂੰ ਬੀਜੇਪੀ ਦਾ ਸਵਾਲ ਕੀ ਆ, ਹਰ ਪਾਰਟੀ ਦਾ ਕਿ ਸੀਟ ਚਾਹੀਦੀ ਹੈ, ਚਾਹੇ ਉਥੋਂ ਸਨੀ ਦਿਓਲ ਨੂੰ ਲੜਾਉਣ, ਚਾਹੇ ਸਨੀ ਲਿਓਨ ਨੂੰ ਲੜਾਉਣ, ਚਾਹੇ ਕੰਗਨਾ ਰਣੌਤ ਨੂੰ ਲੜਾਉਣ। ਹਰ ਪਾਰਟੀ ਚਾਹੁੰਦੀ ਕਿ ਸਾਡੀ ਇਹ ਸੀਟ ਜਿੱਤੀ ਜਾਵੇ। ਤੇ ਇਸ ਕਰਕੇ ਜਾਖੜ ਸਾਹਿਬ ਨੇ ਤੇ ਆਪਣੀ ਫੀਡਬੈਕ ਦੇਣੀ ਆ। ਉਹਨਾਂ ਨੇ ਤੇ ਕਹਿਣਾ ਸਗੋਂ ਮੇਰੀ ਅਗਵਾਈ 'ਚ ਜਿੰਨੀਆਂ ਸੀਟਾਂ ਜਿੱਤੀਆਂ ਜਾਣ, ਜੇ 13 ਚੋਂ ਜ਼ਿਆਦਾ ਜਿੱਤਣਗੇ ਤੇ ਟੌਰ ਕਿਹਦਾ ਬੰਨਾ? ਜਾਖੜ ਸਾਹਿਬ ਦਾ। ਕਿਉਂਕਿ ਨਾ ਇੱਥੇ 2014 ਦੇ ਵਿੱਚ ਬੀਜੇਪੀ ਦੀ ਲਹਿਰ ਬਣੀ ਆ, ਨਾ 19 ਦੇ ਵਿੱਚ ਲਹਿਰ ਬਣੀ ਹੈਗੀ ਆ। 14 'ਚ ਪੂਰੇ ਹਿੰਦੁਸਤਾਨ 'ਚ ਮੋਦੀ ਦੀ ਲਹਿਰ ਬਣ ਗਈ। ਇੱਥੇ ਅੰਮ੍ਰਿਤਸਰੀਆਂ ਨੇ ਅਰੁਣ ਜੇਤਲੀ ਨੂੰ ਹਰਾਤਾ, 19 ਦੇ ਵਿੱਚ ਹਰਦੀਪ ਸਿੰਘ ਪੁਰੀ ਨੂੰ ਹਰਾ ਦਿੱਤਾ ਗਿਆ। ਤੇ ਇਸ ਕਰਕੇ ਜਾਖੜ ਸਾਹਿਬ ਨੂੰ ਕੀ ਮਾੜਾ, ਚਾਹੇ ਉੱਥੋਂ ਸਨੀ ਦਿਓਲ ਆ ਜਾਏ, ਚਾਹੇ ਸਨੀ ਲਿਓਨ ਆ ਜਾਏ। ਪਰ ਸਵਾਲ ਇਹ ਹੈ ਕਿ ਜਿਹੜਾ ਇਹ ਬਣਾ ਦਿੱਤਾ ਬੀਜੇਪੀ ਨੇ ਹਿੰਦੂ ਪਲੱਸ ਦਲਿਤ 1-1-11 ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਨਾ, ਇਹ ਵੇਖਦੇ ਆ 24 ਦੇ ਵਿੱਚ ਕਿੰਨੇ ਕਾਮਯਾਬ ਹੁੰਦੇ। ਇੱਕ ਪਾਸੇ ਜਾਖੜ ਚਲੂ, ਨਾਲ ਉਹਨਾਂ ਦੇ ਸਾਂਪਲਾ, ਇਹ ਜੋੜੀ ਉਹਨਾਂ ਨੇ ਜਿਹੜੀ ਬੀਜੇਪੀ ਨੇ ਬਣਾਈ ਨਾ, ਇਹ ਜੋੜੀ ਦਾ ਲਾਜ਼ਮੀ ਤੌਰ 'ਤੇ ਉਹਨੂੰ ਫਾਇਦਾ ਵੀ ਹੋ ਸਕਦਾ। ਕਿਉਂਕਿ ਖਾਸ ਕਰਕੇ ਬੀਜੇਪੀ ਦਾ ਤੇ ਅਕਾਲੀ ਦਲ ਦਾ ਨੂੰ ਗੱਠਜੋੜ ਨਹੀਂ ਹੋਣਾ। ਬੀਜੇਪੀ ਚਾਹੂਗੀ ਕਿ ਜੇ ਅਕਾਲੀ ਦਲ ਦੇ ਨਾਲ ਗੱਠਜੋੜ ਕਰੀਏ ਤੇ ਮਾਈਨਸ ਸੁਖਬੀਰ ਕਰੀਏ। ਇਸ ਕਰਕੇ ਉਹਨਾਂ ਨੇ ਆਪਣੀ ਉਹ ਗੋਟੀਆਂ ਫੈਂਕੀਆਂ ਹੋਈਆਂ ਨੇ। ਇਸ ਕਰਕੇ ਉਹ ਚਾਹੁੰਦੇ ਨੇ ਕਿ ਢੀਂਡਸਾ ਹੋਰ ਲੋਕਾਂ ਨੂੰ ਲੈ ਕੇ ਆਵੇ, ਜਾਂ ਅਕਾਲੀ ਦਲ 'ਚ ਹੋਰ ਲੋਕਾਂ ਨੂੰ ਤੋੜ ਕੇ ਨਵਾਂ ਧੜਾ ਬਣਾਇਆ ਜਾਵੇ। ਉਹਨਾਂ ਕੋਲ ਬੀਬੀ ਜਗੀਰ ਕੌਰ ਆਪਸ਼ਨ ਆ, ਢੀਂਡਸਾ ਸਾਹਿਬ ਵੀ ਹੈਗਾ, ਹੋਰ ਲੋਕ ਵੀ ਹਲੇ ਨਾਰਾਜ਼ ਤੁਰੇ ਫਿਰਿਆ, ਬੀਬੀਆਂ ਵੀ ਨਾਰਾਜ਼ ਆ। ਕੀ ਪਤਾ ਸਾਰੀਆਂ ਬੀਬੀਆਂ ਬੀਬੀ ਜਗੀਰ ਕੌਰ ਦੇ ਪਿੱਛੇ ਨਾ ਲੱਗ ਜਾਣਾ। ਸਿਆਸਤ ਦੇ ਵਿੱਚ ਸੰਭਾਵਨਾਵਾਂ ਤਾਂ ਬਣੀਆਂ ਰਹਿੰਦੀਆਂ, ਪਰ ਨਜ਼ਾਰੇ ਵਾਲੀਆਂ ਗੱਲਾਂ ਹੋਣਗੀਆਂ ਪੰਜਾਬ ਦੀ ਪੋਲਿਟਿਕਸ। ਕਹਿਰ ਕਿ 24 ਵਾਲੇ ਮੁਕਾਬਲੇ ਦੇਖਣ ਵਾਲੇ ਹੋਣਗੇ, ਲੇਕਿਨ ਉਸ ਤੋਂ ਪਹਿਲਾਂ ਕਾਂਗਰਸ ਦੀ ਬੜੀ ਟੁੱਟ ਹੋਣੀ ਆ, ਟੁੱਟ ਭੱਜ ਇਹਦੀ ਵੀ ਹੋਣੀ ਆ, ਟੁੱਟ ਭੱਜ ਕਾਂਗਰਸ ਦੀ, ਅਕਾਲੀ ਦਲ ਦੀ ਵੀ। ਤੇ ਹੋ ਸਕਦਾ ਕਿ ਜਿਹੜੇ ਨਾਰਾਜ਼ ਹੋ ਗਏ ਨੇ ਜਾਖੜ ਸਾਹਿਬ ਦੇ ਆਉਣ ਨਾਲ ਬੀਜੇਪੀ ਤੋਂ, ਜਿਨ੍ਹਾਂ ਦੀਆਂ ਪ੍ਰਧਾਨਗੀਆਂ ਰਹਿ ਗਈਆਂ ਜਾਂ ਲੱਥ ਗਈਆਂ, ਜਾਂ ਜਿਨ੍ਹਾਂ ਨੇ ਸੋਚਿਆ, ਕੀ ਪਤਾ ਉਹ ਕੋਈ ਅਕਾਲੀ ਦਲ ਦੇ ਵਿੱਚ ਆ ਜਾਏ, ਕੋਈ ਕਾਂਗਰਸ ਦੇ ਵਿੱਚ ਆ ਜਾਏ, ਕੋਈ ਆਪ ਦੇ ਵਿੱਚ ਆ ਜਾਏ। ਚਰਚਾ ਤੇ ਵੀ ਸ਼ੁਰੂ ਹੋ ਗਈ ਆ ਕਿ ਜਿਹੜੇ ਆਪ ਜਾਖੜ ਸਾਹਿਬ ਤੋਂ ਨਾਰਾਜ਼ ਹੋ ਕੇ ਉਸ ਦਿਨ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਨਹੀਂ ਕੀਤੀ, ਉਹ ਭਗਵੰਤ ਮਾਨ ਦੇ ਸੰਪਰਕ ਦੇ ਵਿੱਚ ਆ। ਉਹੀ ਕਹਿੰਦੇ ਲੋਕ ਸਭਾ ਦੇ ਚਿਹਰੇ, ਜਿੱਥੇ ਜਿੱਥੇ ਆਮ ਆਦਮੀ ਪਾਰਟੀ ਕੋਲ ਬੰਦੇ ਨਹੀਂ ਹੈਗੇ, ਉਹ ਬੀਜੇਪੀ ਦੇ ਜਿਹੜੇ ਖਫਾ ਹੋਏ ਲੀਡਰ ਨੇ ਜਾਖੜ ਸਾਹਿਬ ਤੋਂ, ਉਹ ਵੀ ਚਿਹਰੇ ਬਣ ਸਕਦੇ ਨੇ। ਜੀ ਬਹੁਤ ਸ਼ੁਕਰੀਆ।